ਬੱਚਿਓ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਬੱਚੇ ਅੱਜ ਆਪਾਂ ਗੁਰਮਤਿ ਕਾਲ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੀਆਂ ਰਚਨਾਵਾਂ ਪੜ੍ਹਾਂਗੇ। ਪਹਿਲਾਂ ਗੁਰੂ ਨਾਨਕ ਸਾਹਿਬ ਬਾਰੇ ਪੜ੍ਹਦੇ ਹਾਂ। ਗੁਰੂ ਨਾਨਕ ਸਾਹਿਬ ਦਾ ਜਨਮ 15 ਅਪ੍ਰੈਲ 1469 ਈਸਵੀ ਨੂੰ ਹੋਇਆ। ਆਪ ਸਿੱਖਾਂ ਦੇ ਪਹਿਲੇ ਗੁਰੂ ਹੋਏ ਹਨ। ਆਪ ਜੀ ਦਾ ਜਨਮ ਰਾਏ ਭੋਏ ਦੀ ਤਲਵੰਡੀ ਹੁਣ ਜੋ ਨਨਕਾਣਾ ਸਾਹਿਬ ਦੇ ਵਿੱਚ ਹੋਇਆ, ਜੋ ਕਿ ਅੱਜ ਪਾਕਿਸਤਾਨ ਵਿੱਚ ਹੈ। ਆਪਦੇ ਮਾਤਾ ਤ੍ਰਿਪਤਾ ਜੀ ਸਨ ਅਤੇ ਪਿਤਾ ਮਹਿਤਾ ਕਾਲੂ ਜੀ ਸਨ, ਜੋ ਆਪਦੇ ਪਿਤਾ ਉਸ ਸਮੇਂ ਪਟਵਾਰੀ ਸਨ। ਆਪਨੇ ਕੇਵਲ ਬਾਣੀ ਹੀ ਨਹੀਂ ਰਚੀ, ਸਗੋਂ ਮਹਾਨ ਸਮਾਜ ਸੁਧਾਰਕ ਵਜੋਂ ਲੋਕ ਚੇਤਨਾ ਜਗਾਈ। ਸਮਾਜ ਸੁਧਾਰਕ ਭਾਵ ਸਮਾਜ ਸੁਧਾਰਨ ਵਾਲਾ, ਲੋਕ ਚੇਤਨਾ ਜਗਾਉਣੀ ਭਾਵ ਲੋਕਾਂ ਨੂੰ ਸਮਝਾਉਣਾ, ਲੋਕਾਂ ਦੀ ਬੁੱਧੀ ਨੂੰ ਸਮਝਾਉਣਾ, ਲੋਕਾਂ ਦੀ ਬੁੱਧੀ ਨੂੰ ਤਿੱਖਿਆਂ ਕਰਨਾ, ਲੋਕਾਂ ਨੂੰ ਵਹਿਮਾਂ ਭਰਮਾਂ ਦੇ ਖਿਲਾਫ ਖੜ੍ਹੇ ਹੋਣ ਲਈ ਮਜਬੂਰ ਕਰਨਾ, ਲੋਕਾਂ ਨੂੰ ਸੱਚ ਬਾਰੇ ਦੱਸਣਾ, ਲੋਕਾਈ ਨੂੰ ਸੱਚ ਦੇ ਮਾਰਗ ਦਾ ਉਪਦੇਸ਼ ਦਿੱਤਾ। ਆਪਣੇ 4 ਉਦਾਸੀਆਂ ਵਿੱਚ ਬਹੁਤ ਦੂਰ ਦੂਰ ਦੇਸ਼ ਪ੍ਰਦੇਸ਼ ਦੀ ਯਾਤਰਾ ਕੀਤੀ। ਸੋ 4 ਉਦਾਸੀਆਂ ਮਤਲਬ 4 ਯਾਤਰਾਵਾਂ। ਆਪ ਸਮੇਂ ਦੇ ਹਰ ਧਰਮ ਦੇ ਤੀਰਥ ਅਸਥਾਨ 'ਤੇ ਗਏ, ਉੱਥੋਂ ਦੇ ਧਾਰਮਿਕ ਪੈਰੋਕਾਰਾਂ ਨਾਲ ਵਿਚਾਰ ਵਟਾਂਦਰਾ ਕੀਤਾ, ਗੋਸ਼ਟਾਂ ਕੀਤੀਆਂ। ਗੋਸ਼ਟਾਂ ਮੀਨਸ ਕਿ ਮੀਟਿੰਗਸ। ਧਾਰਮਿਕ ਪੈਰੋਕਾਰ ਭਾਵ ਕਿਸੇ ਮੰਦਿਰ 'ਚ ਗਏ ਹੈ, ਉੱਥੇ ਕੋਈ ਕਾਜ਼ੀ ਮੁੱਲਾ, ਜਾਂ ਕਿਸੇ ਮਸੀਤ ਵਿੱਚ ਗਏ ਹੈ, ਉੱਥੇ ਕਾਜ਼ੀ ਮੁੱਲਾ। ਜੇ ਕਿਤੇ ਹਿੰਦੂਆਂ ਦੇ ਮੰਦਿਰ ਵਿੱਚ ਗਏ ਹੈ, ਉੱਥੇ ਪੰਡਤ। ਉਹਨਾਂ ਸਾਰਿਆਂ ਨਾਲ ਵਿਚਾਰ ਵਟਾਂਦਰਾ ਅਤੇ ਗੋਸ਼ਟਾਂ ਕੀਤੀਆਂ, ਮੀਟਿੰਗਸ ਕੀਤੀਆਂ, ਗੱਲਾਂ ਬਾਤਾਂ ਕੀਤੀਆਂ। ਆਪ ਸਭ ਮਨੁੱਖਾਂ ਨੂੰ ਬਰਾਬਰ ਸਮਝਦੇ ਸਨ ਅਤੇ ਨੇਕ ਕਰਨੀ ਉੱਤੇ ਜ਼ੋਰ ਦਿੰਦੇ ਸਨ। ਆਪਣੀਆਂ ਯਾਤਰਾਵਾਂ ਤੋਂ ਬਾਅਦ ਆਪ ਨੇ ਗ੍ਰਸਥੀ ਜੀਵਨ ਬਤੀਤ ਕੀਤਾ। ਆਪਣੀਆਂ ਯਾਤਰਾਵਾਂ ਤੋਂ ਬਾਅਦ ਗ੍ਰਸਥੀ ਜੀਵਨ ਬਤੀਤ ਕੀਤਾ। ਗ੍ਰਸਥੀ ਜੀਵਨ ਭਾਵ ਕਿ ਘਰ ਦੇ ਵਿੱਚ ਰਹਿ ਕੇ ਗ੍ਰਸਤ ਕਰਨੀ, ਭਾਵ ਕਿ ਵਿਆਹ ਕਰਾਉਣਾ, ਬੱਚਿਆਂ ਦੇ ਨਾਲ ਰਹਿਣਾ, ਮਾਤਾ ਪਿਤਾ ਦੀ ਸੇਵਾ ਕਰਨੀ, ਮਿਹਨਤ ਕਰਨੀ, ਘਰ ਦਾ ਕੰਮ ਕਰਨਾ। ਸੋ ਇਹ ਸਾਰਾ ਗ੍ਰਸਤ ਜੀਵਨ ਹੈ। ਸੋ ਗ੍ਰਸਤੀ ਜੀਵਨ ਬਤੀਤ ਕੀਤਾ। ਇਹ ਇੱਕ ਤਰ੍ਹਾਂ ਦੇ ਨਾਲ ਸਿੱਖ ਧਰਮ ਦਾ ਸਿਧਾਂਤ ਵੀ ਹੈ ਕਿ ਪੁਰਾਣੇ ਜ਼ਮਾਨੇ ਦੇ ਵਿੱਚ ਕੀ ਕਰਦੇ ਸੀਗੇ ਲੋਕ, ਕਹਿੰਦੇ ਕਿ ਜਦੋਂ ਉਮਰ ਜਿਹੜੀ ਇੱਕ ਹਿੱਸਾ ਉਮਰ ਰਹਿ ਜਾਂਦੀ ਸੀ, ਅਤੇ ਕਹਿੰਦੇ ਸੀ ਕਿ ਹੁਣ ਚੰਗਾ, ਹੁਣ ਇਸ ਦੁਨੀਆ ਦੇ ਵਿੱਚ ਬਹੁਤ ਜੀ ਲਿਆ, ਹੁਣ ਅਸੀਂ ਚੱਲੇ ਹਾਂ ਜੰਗਲਾਂ ਨੂੰ ਅਤੇ ਭਗਤੀ ਕਰਨ ਵਾਸਤੇ। ਪਰ ਗੁਰਮਤਿ ਸਿਧਾਂਤ ਗੁਰੂ ਸਾਹਿਬ ਇਸ ਗੱਲਾਂ ਨੂੰ ਨਹੀਂ ਮੰਨਦੇ। ਉਹ ਕਹਿੰਦੇ ਕਿ ਗ੍ਰਸਤ ਦੇ ਵਿੱਚ ਰਹਿ ਕੇ ਹੀ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ, ਅਤੇ ਗ੍ਰਸਤ ਦੇ ਵਿੱਚ ਹੀ ਪਰਮਾਤਮਾ ਮਿਲ ਜਾਂਦਾ ਹੈ, ਅਤੇ ਜੰਗਲਾਂ ਦੇ ਵਿੱਚ ਜਾਣ ਦੀ ਕੋਈ ਵੀ ਲੋੜ ਨਹੀਂ ਹੈ। ਇਸ ਸਮੇਂ ਆਪ ਨੇ ਕਰਤਾਰਪੁਰ ਵਿਖੇ ਖੇਤੀਬਾੜੀ ਕਰਕੇ 10 ਨਹੁੰਆਂ ਦੀ ਕਿਰਤ ਕਰਨ ਦਾ ਰਾਹ ਦੱਸਿਆ। 10 ਨਹੁੰਆਂ ਦੀ ਕਿਰਤ ਕਰਨੀ, ਮਿਹਨਤ ਕਰਨੀ। ਆਪ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਕਿਸ ਨੇ ਕੀਤੀ ਹੈ? ਇਹ ਪਹਿਲੇ ਗੁਰੂ ਸਨ ਗੁਰੂ ਨਾਨਕ ਸਾਹਿਬ, ਅਤੇ 5ਵੇਂ ਗੁਰੂ ਸਾਹਿਬ ਗੁਰੂ ਅਰਜਨ ਦੇਵ ਜੀ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ, ਤਾਂ ਆਪਣੇ ਤੋਂ ਪਹਿਲਾਂ ਹੋਏ ਜਿਹੜੇ ਲੋਕ ਸੀਗੇ, ਉਹਨਾਂ ਲੋਕਾਂ ਨੂੰ ਕਿਹਾ ਕਿ ਜਿਨ੍ਹਾਂ ਦੇ ਕੋਲ ਵੀ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਹੈਗੀ ਪਈ, ਉਹ ਸਾਰੀ ਲਿਆਓ, ਅਤੇ ਚੈੱਕ ਕਰਕੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕਰਵਾਈ। ਕਿਹਦੇ ਕੋਲੋਂ ਕਰਵਾਈ? ਭਾਈ ਗੁਰਦਾਸ ਜੀ ਕੋਲੋਂ ਕਰਵਾਈ। ਜਪਜੀ ਅਤੇ ਆਸਾ ਦੀ ਵਾਰ ਆਪ ਦੀਆਂ ਸਭ ਤੋਂ ਪ੍ਰਸਿੱਧ ਬਾਣੀਆਂ ਹਨ। ਆਪ ਦੀ ਬਾਣੀ ਵਿੱਚ ਫਾਰਸੀ, ਅਰਬੀ, ਹਿੰਦੀ, ਸੰਸਕ੍ਰਿਤ ਆਦਿ ਭਾਸ਼ਾਵਾਂ ਦੇ ਬਹੁਤ ਸਾਰੇ ਸ਼ਬਦ ਮਿਲਦੇ ਹਨ। ਆਪ ਦੀ ਬਾਣੀ ਵਿੱਚੋਂ ਕੁਝ ਸ਼ਬਦ ਵਿਦਿਆਰਥੀਆਂ ਦੇ ਪੜ੍ਹਨ ਲਈ ਦਿੱਤੇ ਜਾ ਰਹੇ ਹਨ। ਉਹਨਾਂ ਦਾ ਪਹਿਲਾ ਸ਼ਬਦ ਹੈ ਬੇਟਾ ਜੀ, ਪਵਨ ਗੁਰੂ ਪਾਣੀ ਪਿਤਾ। ਤੁਹਾਨੂੰ ਪਤਾ ਹੋਏਗਾ ਕਿ ਅਗਰ ਤੁਸੀਂ ਜਪਜੀ ਸਾਹਿਬ ਦਾ ਪਾਠ ਕਰਦੇ ਹੋ ਜਾਂ ਕਦੀ ਜਪਜੀ ਸਾਹਿਬ ਪੜ੍ਹਿਆ ਹੈ, ਤਾਂ ਜਪਜੀ ਸਾਹਿਬ ਇੱਕ ਤਰ੍ਹਾਂ ਦੇ ਨਾਲ ਨਾ ਮੋਤੀਆਂ ਦੀ ਮਾਲਾ ਹੈ। ਪਹਿਲਾਂ ਸਭ ਤੋਂ ਸ਼ਲੋਕ ਹੈ ਜਿਹੜਾ ਗੁਰਪ੍ਰਸਾਦ ਤੱਕ ਗੁਰਮੰਤਰ ਹੈ, ਅਤੇ ਐਂਡ ਦੇ ਵਿੱਚ ਇੱਕ ਸ਼ਲੋਕ ਦੇ ਨਾਲ ਜਪਜੀ ਸਾਹਿਬ ਦਾ ਅੰਤ ਹੁੰਦਾ ਹੈ। ਜਪਜੀ ਸਾਹਿਬ ਦੀ ਬਾਣੀ ਖਤਮ ਹੁੰਦੀ ਹੈ।
ਉਹ ਹੈਗਾ ਵਾ ਸ਼ਲੋਕ। ਇਹ ਉਹ ਸ਼ਲੋਕ ਹੈ ਜਿਹੜਾ ਜਪਜੀ ਸਾਹਿਬ ਦੇ ਵਿੱਚ ਆਉਂਦਾ ਹੈ ਅੰਤ ਦੇ ਵਿੱਚ। ਸੋ ਤੁਹਾਨੂੰ ਮੈਂ ਦੱਸਦਾ ਵਾਂ ਬੇਟਾ ਜੀ, ਆਹ ਦੇਖੋ, ਇਹ ਜਪਜੀ ਸਾਹਿਬ ਇੱਥੇ ਅੰਤ ਹੁੰਦਾ ਜਪਜੀ ਸਾਹਿਬ ਦਾ, ਅਤੇ ਅੰਤ ਦੇ ਵਿੱਚ ਉਹ ਸ਼ਲੋਕ ਹੈ ਜੋ ਸਾਡੀ ਕਿਤਾਬ ਦੇ ਵਿੱਚ ਹੈ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਆਹ ਦੇਖੋ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਸੋ ਆਓ ਆਪਾਂ ਗੁਰੂ ਸਾਹਿਬ ਜੀ ਦਾ ਇਹ ਸ਼ਬਦ ਪੜ੍ਹਦੇ ਹਾਂ, ਸ਼ਲੋਕ ਪੜ੍ਹਦੇ ਹਾਂ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਗੁਰੂ ਨਾਨਕ ਸਾਹਿਬ ਜੀ ਕਹਿ ਰਹੇ ਹਨ ਕਿ ਹੇ ਮਨੁੱਖ, ਜਿਹੜਾ ਪਵਨ ਹੈ, ਹਵਾ ਹੈ, ਉਹ ਸਾਡੀ ਗੁਰੂ ਹੈ, ਪਾਣੀ ਸਾਡਾ ਪਿਤਾ ਹੈ, ਅਤੇ ਧਰਤੀ ਸਾਡੀ ਮਾਤਾ ਹੈ। ਤੁਸੀਂ ਦੇਖੋ ਕਿ ਗੁਰੂ ਸਾਹਿਬ ਨੇ ਇਹਨਾਂ ਨੂੰ ਪੌਣ ਪਾਣੀ ਨੂੰ ਕਿੰਨੀ ਮਹੱਤਤਾ ਦਿੱਤੀ ਹੈ। ਠੀਕ ਹੈ ਜੀ। ਆਪਾਂ ਕੀ ਕਰਦੇ ਹਾਂ, ਪਵਨ ਨੂੰ ਵੀ ਪ੍ਰਦੂਸ਼ਣ ਕਰ ਦਿੱਤਾ ਹੋਇਆ, ਪਾਣੀ ਦਾ ਵੀ ਪਾਣੀ ਨੂੰ ਵੀ ਪ੍ਰਦੂਸ਼ਣ ਕਰ ਦਿੱਤਾ, ਪ੍ਰਦੂਸ਼ਿਤ ਕਰ ਦਿੱਤਾ ਹੋਇਆ। ਸੋ ਧਰਤੀ ਨੂੰ ਵੀ ਆਪਾਂ ਖਰਾਬ ਕਰ ਰਹੇ ਹਾਂ, 2 ਰੁੱਖ ਵੱਢ ਰਹੇ ਹਾਂ, ਪੈਲੀ ਦੇ ਵਿੱਚ ਪਾ ਕੇ ਆਪਾਂ ਦਵਾਈਆਂ ਅਤੇ ਮਿੱਟੀ ਨੂੰ ਜ਼ਹਿਰੀਲੀ ਕਰ ਰਹੇ ਹਾਂ। ਸੋ ਇਹਨਾਂ ਚੀਜ਼ਾਂ ਦੀ ਸਾਨੂੰ ਕਦਰ ਕਰਨੀ ਚਾਹੀਦੀ ਹੈ। ਗੁਰੂ ਸਾਹਿਬਾਨ ਨੇ ਆਪਣੀ ਬਾਣੀ ਦੇ ਵਿੱਚ ਕਿਹਾ ਹੈ ਕਿ ਪਵਨ ਗੁਰੂ, ਹਵਾ ਸਾਡੀ ਗੁਰੂ ਹੈ, ਪਾਣੀ ਪਿਤਾ, ਪਾਣੀ ਸਾਡਾ ਪਿਤਾ ਹੈ, ਅਤੇ ਮਾਤਾ ਧਰਤ ਮਹੱਤ, ਅਤੇ ਧਰਤੀ ਸਾਡੀ ਮਾਤਾ ਹੈ। ਦਿਵਸ ਰਾਤ ਦੋਏ ਦਾਈ ਦਾਇਆ। ਦਿਨ ਅਤੇ ਰਾਤ ਦੋਵੇਂ ਦਾਈ। ਬੇਟੇ ਦਾਈ ਅਤੇ ਦਾਇਆ, ਇਹ ਕਹਿ ਲਓ ਕਿ ਪਹਿਲਾਂ ਪਿਛਲੇ ਜ਼ਮਾਨੇ ਦੇ ਵਿੱਚ ਜਦੋਂ ਕਿਤੇ ਬੱਚਾ ਪੈਦਾ ਹੁੰਦਾ ਸੀਗਾ, ਅਤੇ ਉਹ ਅੱਜ ਕੱਲ੍ਹ ਤਾਂ ਡਾਕਟਰ ਨਰਸਾਂ ਹੈਗੇ ਨਾ, ਪਹਿਲਾਂ ਦਾਈ ਹੁੰਦੀ ਸੀ। ਉਹ ਜਦੋਂ ਕਿਸੇ ਦੇ ਬੱਚਾ ਹੋਣ ਵਾਲਾ ਹੁੰਦਾ ਸੀਗਾ ਅਤੇ ਦਾਈ ਨੂੰ ਘਰ ਬੁਲਾਇਆ ਜਾਂਦਾ ਸੀਗਾ, ਅਤੇ ਉਹ ਬੱਚੇ ਨੂੰ ਪੈਦਾ ਕਰਨ ਦੇ ਵਿੱਚ ਸਹਾਈ ਕਰਦੀ ਸੀ। ਸੋ ਪਹਿਲਾਂ ਉਹੀ ਬੱਚਿਆਂ ਨੂੰ ਖਿਡਾਉਂਦੇ ਸਨ। ਸੋ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਕਿ ਦਿਨ ਅਤੇ ਰਾਤ ਦੋਨੇ ਦਾਈ ਦੀ ਤਰ੍ਹਾਂ, ਦਾਈ ਦੇ ਸਮਾਨ ਹਨ। ਠੀਕ ਹੈ। ਤਾਂ ਇਹਨਾਂ ਦੀ ਦਿਵਸ ਰਾਤ ਦੋਈ ਦਾਈ ਦਾਇਆ, ਖੇਲੈ ਸਗਲ ਜਗਤ, ਅਤੇ ਇਹਨਾਂ ਦੀ ਗੋਦ ਦੇ ਵਿੱਚ ਸਾਰਾ ਹੀ ਜਗਤ ਖੇਡ ਰਿਹਾ ਹੈ। ਦਿਨ ਅਤੇ ਰਾਤ ਦਾਈ ਸਮਾਨ ਹਨ, ਜਿਨ੍ਹਾਂ ਦੀ ਗੋਦ ਦੇ ਵਿੱਚ ਖੇਲੈ ਸਗਲ ਜਗਤ, ਭਾਵ ਸਾਰਾ ਜਗਤ ਖੇਡ ਰਿਹਾ ਹੈ, ਖੇਲ ਰਿਹਾ ਹੈ। ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ। ਚੰਗਿਆਈਆਂ ਬੁਰਿਆਈਆਂ, ਭਾਵ ਕਿ ਜਦੋਂ ਮਨੁੱਖ ਪਰਮਾਤਮਾ ਦੀ ਦਰਗਾਹ ਦੇ ਵਿੱਚ ਜਾਂਦਾ ਹੈ, ਭਾਵ ਉਹਦੀ ਮੌਤ ਦੇ ਬਾਅਦ ਜਿਹੜੀ ਆਤਮਾ ਹੈ ਉਹ ਪਰਮਾਤਮਾ ਦੀ ਦਰਗਾਹ ਦੇ ਵਿੱਚ ਜਾਂਦੀ ਹੈ, ਤਾਂ ਉਸ ਦੀਆਂ ਕੀਤੀਆਂ ਚੰਗਿਆਈਆਂ ਅਤੇ ਬੁਰਿਆਈਆਂ, ਭਾਵ ਕਿ ਦੁਨੀਆ ਦੇ ਵਿੱਚ ਇੱਕ ਮਨੁੱਖ ਨੇ ਜਿਹੜੇ ਚੰਗੇ ਕਰਮ ਕੀਤੇ ਹੈ ਅਤੇ ਬੁਰੇ ਕੰਮ ਕੀਤੇ ਹੈ, ਉਹ ਵਾਚਦਾ ਹੈ। ਵਾਚੇ, ਵਾਚਣਾ ਮਤਲਬ ਪੜ੍ਹਨਾ, ਚੈੱਕ ਕਰਨਾ। ਧਰਮ ਹਦੂਰ, ਧਰਮ ਮੈਨੇ ਧਰਮ ਰਾਜ, ਅਤੇ ਹਦੂਰ ਮੈਨੇ ਹਜ਼ੂਰੀ ਦੇ ਵਿੱਚ। ਸਪੋਜ਼ ਕਰੋ ਕਿ ਇੱਥੇ ਬੈਠਾ ਹੈ ਅਕਾਲ ਪੁਰਖ ਪਰਮਾਤਮਾ, ਸਭ ਤੋਂ ਉਹਦੇ ਥੱਲੇ ਕੁਰਸੀ ਢਾਹ ਕੇ ਬੈਠਾ ਹੈ ਇੱਥੇ ਧਰਮ ਰਾਜ। ਜਦੋਂ ਆਤਮਾ ਜਾਂਦੀ ਹੈ ਤਾਂ ਇੱਥੇ ਖੜੀ ਹੁੰਦੀ ਹੈ, ਅਤੇ ਧਰਮ ਰਾਜ ਕੀ ਕਰਦਾ ਹੈ, ਉਹ ਪਰਮਾਤਮਾ ਦੀ ਹਜ਼ੂਰੀ ਦੇ ਵਿੱਚ, ਪਰਮਾਤਮਾ ਬੈਠਾ ਹੈ ਉਹਦੀ ਹਜ਼ੂਰੀ ਦੇ ਵਿੱਚ ਇਹ ਜਿਹੜੀ ਆਤਮਾ ਦੇ ਚੰਗਿਆਈਆਂ ਅਤੇ ਬੁਰਿਆਈਆਂ ਉਹ ਬਿਆਨ ਕਰਦਾ ਹੈ, ਅਤੇ ਉਹਨਾਂ ਦੇ ਹਿਸਾਬ ਦੇ ਨਾਲ ਹੀ ਕਰਮੀ ਆਪੋ ਆਪਣੀ, ਅਤੇ ਆਪਣੇ ਆਪਣੇ ਕਰਮਾਂ ਦੇ ਹਿਸਾਬ ਦੇ ਨਾਲ ਹੀ ਕਰਮੀ ਆਪੋ ਆਪਣੀ, ਆਪਣੇ ਆਪਣੇ ਕਰਮਾਂ ਦੇ ਨਾਲ ਹੀ ਕੇ ਨੇੜੇ ਕੇ ਦੂਰ। ਕਰਮੀ ਆਪੋ ਆਪਣੀ, ਆਪਣੇ ਆਪਣੇ ਕਰਮਾਂ ਦੇ ਨਾਲ, ਭਾਵ ਜੇ ਕਿਸੇ ਨੇ ਚੰਗੇ ਕਰਮ ਕੀਤੇ ਹੈ ਤਾਂ ਉਹ ਨੇੜੇ ਹੋ ਜਾਂਦਾ ਹੈ, ਜੇ ਕਿਸੇ ਨੇ ਮਾੜੇ ਕਰਮ ਕੀਤੇ ਹੈ ਤਾਂ ਉਹ ਦੂਰ ਹੋ ਜਾਂਦਾ ਹੈ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿਹੜੇ ਮਨੁੱਖ ਆਪਣੇ ਕਰਮਾਂ ਦੇ ਨਾਲ ਹੀ ਕੋਈ ਉਸ ਪਰਮਾਤਮਾ ਦੇ ਨੇੜੇ ਹੋ ਜਾਂਦਾ ਹੈ, ਭਾਵ ਕਿ ਸਵਰਗ ਦੇ ਵਿੱਚ ਜਨਮ ਮਰਨ ਦੇ ਦੁੱਖ ਤੋਂ ਮੁਕਤ ਹੋ ਜਾਂਦਾ ਹੈ, ਅਤੇ ਕਿ ਦੂਰ, ਅਤੇ ਕਈ ਉਸ ਪਰਮਾਤਮਾ ਤੋਂ ਦੂਰ ਤੱਕ ਦਿੱਤੇ ਜਾਂਦੇ ਹਨ, ਭਾਵ ਨਰਕਾਂ ਦੇ ਵਿੱਚ ਜਾਂਦੇ ਹਨ। ਜਿਨੀ ਨਾਮ ਧਿਆਇਆ ਗਏ ਮਸ਼ੱਕਤ ਘਾਲ। ਜਿਨ੍ਹਾਂ ਵੀ ਮਨੁੱਖਾਂ ਨੇ ਨਾਮ ਸਿਮਰਨ ਕੀਤਾ ਹੈ,
ਜਿਨੀ ਨਾਮ ਧਿਆਇਆ ਗਏ ਮਸ਼ੱਕਤ ਘਾਲ। ਜਿਨ੍ਹਾਂ ਵੀ ਮਨੁੱਖਾਂ ਨੇ, ਆਤਮਾਵਾਂ ਨੇ ਉਸ ਪਰਮਾਤਮਾ ਦਾ ਨਾਮ ਧਿਆਇਆ ਹੈ ਅਤੇ ਇਹ ਮਿਹਨਤ ਕੀਤੀ ਹੈ, ਗਏ ਮਸ਼ੱਕਤ ਘਾਲ, ਅਤੇ ਇਹ ਮਿਹਨਤ ਦੁਨੀਆ ਤੋਂ ਕਰਕੇ ਗਏ ਹਨ। ਮਸ਼ੱਕਤ ਘਾਲ, ਮਸ਼ੱਕਤ ਮੈਨੇ ਮਿਹਨਤ, ਘਾਲਣੀ ਮੈਨੇ ਕਰਨੀ, ਇਹ ਮਿਹਨਤ ਕਰਕੇ ਦੁਨੀਆ ਤੋਂ ਗਏ ਹਨ। ਨਾਨਕ ਤੇ ਮੁਖ ਉਜਲੇ, ਉਹਨਾਂ ਦੇ ਜਿਹੜੇ ਮੁਖ ਹੈ, ਚਿਹਰੇ ਹੈ, ਉਹ ਜਦੋਂ ਪਰਮਾਤਮਾ ਦੀ ਦਰਗਾਹ ਦੇ ਵਿੱਚ ਉਹ ਜਾਂਦੇ ਹੈ, ਠੀਕ ਹੈ। ਸੋ ਪਰਮਾਤਮਾ ਦੀ ਦਰਗਾਹ ਦੇ ਵਿੱਚ ਉਹ ਜਾਂਦੇ ਹੈ, ਉਹਨਾਂ ਦੇ ਚਿਹਰੇ ਖਿਲੇ ਹੋਏ ਹੁੰਦੇ ਹੈ, ਉਹਨਾਂ ਦੇ ਚਿਹਰੇ ਜਦੋਂ ਤੁਹਾਨੂੰ ਟੈਸਟ ਯਾਦ ਆਉਂਦਾ ਹੋਵੇ ਅਤੇ ਤੁਸੀਂ ਟੈਸਟ ਯਾਦ ਕਰਕੇ ਗਏ ਹੋ ਅਤੇ ਤੁਹਾਡੇ ਮੂੰਹ ਦੇ ਉੱਪਰ ਮਤਲਬ ਕੋਈ ਦੁੱਖ ਨਹੀਂ ਹੁੰਦਾ, ਕੋਈ ਟੈਨਸ਼ਨ ਨਹੀਂ ਹੁੰਦੀ। ਉਹੀ ਜਿਹੜਾ ਬੱਚਾ ਕੋਈ ਪੜ੍ਹ ਕੇ ਨਾ ਸਕੂਲੇ ਗਿਆ ਹੋਵੇ ਅਤੇ ਉਹਦੇ ਮਨ ਦੇ ਵਿੱਚ ਟੈਨਸ਼ਨ ਹੋ ਜਾਏ, ਮੈਨੂੰ ਕੁੱਟ ਪਏਗੀ। ਸੋ ਨਾਨਕ ਜਿਨੀ ਨਾਮ ਧਿਆਇਆ, ਜਿਹੜੇ ਵੀ ਮਨੁੱਖਾਂ ਨੇ, ਆਤਮਾਵਾਂ ਨੇ ਪਰਮਾਤਮਾ ਦੇ ਨਾਮ ਨੂੰ ਸਿਮਰਿਆ ਹੈ, ਉਸ ਨੂੰ ਯਾਦ ਕੀਤਾ ਹੈ, ਗਏ ਮਸ਼ੱਕਤ ਘਾਲ, ਅਤੇ ਉਹਦੇ ਨਾਮ ਵਾਲੀ ਮਿਹਨਤ ਕਰਕੇ ਗਏ ਹੈ, ਇਹ ਮਿਹਨਤ ਕਰਕੇ ਗਏ ਹੈ। ਨਾਨਕ ਤੇ ਮੁਖ ਉਜਲੇ, ਉਹਨਾਂ ਦੇ ਜਿਹੜੇ ਮੁਖ ਹੈ ਉਹ ਉਜਲੇ ਹੁੰਦੇ ਆ, ਉਹ ਮਤਲਬ ਖੁਸ਼ ਹੁੰਦੇ ਹੈ। ਅਤੇ ਕੇਤੀ ਛੁੱਟੀ ਨਾਲ, ਅਤੇ ਉਹਨਾਂ ਦੇ ਨਾਲ ਹੋਰ ਵੀ ਕਈ ਛੁੱਟ ਜਾਂਦੇ ਹੈ, ਭਾਵ ਕਿ ਉਹ ਤਾਂ ਤਰ ਹੀ ਜਾਂਦੇ ਹੈ, ਉਹਨਾਂ ਦੇ ਨਾਲ ਰਹਿਣ ਵਾਲੇ ਲੋਕ ਵੀ ਕਈ ਤਰ ਜਾਂਦੇ ਹੈ। ਸੋ ਬੇਟੇ ਇੱਕ ਵਾਰ ਫੇਰ ਪੜ੍ਹਦੇ ਹਾਂ। ਪਵਨ ਗੁਰੂ ਪਾਣੀ ਪਿਤਾ, ਗੁਰੂ ਨਾਨਕ ਸਾਹਿਬ ਕਹਿੰਦੇ ਕਿ ਹਵਾ ਸਾਡੇ ਗੁਰੂ ਸਮਾਨ ਹੈ ਅਤੇ ਪਾਣੀ ਸਾਡੇ ਪਿਤਾ ਸਮਾਨ ਹੈ। ਮਾਤਾ ਧਰਤ ਮਹਤ, ਅਤੇ ਮਾਤਾ ਜਿਹੜੀ ਧਰਤੀ ਹੈ ਉਹ ਮਾਤਾ ਸਮਾਨ ਹੈ। ਦਿਵਸ ਰਾਤ ਦੋਈ ਦਾਈ ਦਾਇਆ, ਦਿਨ ਅਤੇ ਰਾਤ ਦੋਨੇ ਦਾਈ ਦਾਇਆ ਹਨ। ਦਿਨ ਅਤੇ ਰਾਤ ਦੋਨੇ ਦਾਈ ਦਾਇਆ, ਦਿਨ ਅਤੇ ਰਾਤ ਦੋਨੇ ਦਾਈ ਸਮਾਨ ਹਨ। ਜਿਨ੍ਹਾਂ ਦੀ ਗੋਦ ਦੇ ਵਿੱਚ ਖੇਲੈ ਸਗਲ ਜਗਤ, ਸਾਰਾ ਸੰਸਾਰ ਖੇਲਦਾ ਹੈ। ਚੰਗਿਆਈਆਂ ਬੁਰਿਆਈਆਂ, ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ। ਜਦੋਂ ਮਨੁੱਖ ਆਪਣਾ ਜੀਵਨ ਦਾ ਚੱਕਰ ਖ਼ਤਮ ਕਰਕੇ ਪਰਮਾਤਮਾ ਦੀ ਦਰਗਾਹ ਦੇ ਵਿੱਚ ਜਾਂਦਾ ਹੈ ਅਤੇ ਉਹਦੀਆਂ ਜਿਹੜੀਆਂ ਚੰਗੇ ਕੰਮ ਜਾਂ ਬੁਰੇ ਕੰਮ ਉਹ ਵਾਚਦਾ ਹੈ ਧਰਮ ਰਾਜ ਹਦੂਰ, ਮੈਨੇ ਹਜ਼ੂਰੀ ਦੇ ਵਿੱਚ, ਕਿ ਹਾਜ਼ਰੀ ਦੇ ਵਿੱਚ, ਕਿ ਜਿਹੜਾ ਬੜਾ ਵੱਡਾ ਪਰਮਾਤਮਾ ਹੈ ਉਹਦੀ ਹਾਜ਼ਰੀ ਦੇ ਵਿੱਚ ਧਰਮ ਰਾਜ ਹੈ, ਉਹ ਜਿਹੜਾ ਆਹ ਬੰਦਾ ਹੈ ਇਹ ਗਿਆ ਹੈ ਅਤੇ ਉਹਦੀ ਹਾਜ਼ਰੀ ਦੇ ਵਿੱਚ ਧਰਮ ਰਾਜ ਕੀ ਕਰਦਾ ਹੈ, ਉਹ ਉਹਦੇ ਚੰਗਿਆਈਆਂ, ਚੰਗੇ ਕੰਮਾਂ ਅਤੇ ਬੁਰੇ ਕੰਮਾਂ ਨੂੰ ਵਾਚਦਾ ਹੈ, ਚੈੱਕ ਕਰਦਾ ਹੈ। ਕਰਮੀ ਆਪੋ ਆਪਣੀ, ਸੋ ਆਪਣੇ ਕਰਮਾਂ ਦੇ ਨਾਲ ਕੋਈ ਮਨੁੱਖ ਨੇੜੇ ਹੋ ਜਾਂਦਾ ਹੈ ਅਤੇ ਕੋਈ ਦੂਰ ਹੋ ਜਾਂਦਾ ਹੈ। ਭਾਵ ਅਗਰ ਕੋਈ ਮਨੁੱਖ ਚੰਗੇ ਕੰਮ ਕਰਦਾ ਹੈ ਤਾਂ ਉਹ ਪਰਮਾਤਮਾ ਦੇ ਨੇੜੇ ਹੋ ਜਾਂਦਾ ਹੈ, ਅਗਰ ਬੁਰੇ ਕੰਮ ਕਰਕੇ ਜਾਂਦਾ ਹੈ ਤਾਂ ਉਹ ਪਰਮਾਤਮਾ ਤੋਂ ਦੂਰ ਧੱਕ ਦਿੱਤਾ ਜਾਂਦਾ ਹੈ। ਜਿਨੀ ਨਾਮ ਧਿਆਇਆ ਗਏ ਮਸ਼ੱਕਤ ਘਾਲ, ਜਿਨ੍ਹਾਂ ਵੀ ਮਨੁੱਖਾਂ ਨੇ, ਆਤਮਾਵਾਂ ਨੇ ਪਰਮਾਤਮਾ ਦਾ ਨਾਮ ਧਿਆਇਆ ਹੈ, ਗਏ ਮਸ਼ੱਕਤ ਘਾਲ, ਅਤੇ ਇਹ ਮਿਹਨਤ ਕਰ ਲਈ ਹੈ, ਕਿਹੜੀ? ਪਰਮਾਤਮਾ ਦੇ ਨਾਮ ਜਪਣ ਵਾਲੀ। ਉਹ ਜਿਹੜੀ ਗਏ ਮਸ਼ੱਕਤ ਘਾਲ, ਜਿਹੜੀ ਇਹ ਮਿਹਨਤ ਕਰਕੇ ਗਏ ਹਨ। ਨਾਨਕ ਤੇ ਮੁਖ ਉਜਲੇ, ਉਹਨਾਂ ਦੇ ਮੁਖ ਉਸ ਪਰਮਾਤਮਾ ਦੀ ਦਰਗਾਹ ਦੇ ਵਿੱਚ ਜਾ ਕੇ ਉਜਲੇ ਹੁੰਦੇ ਹਨ ਕੇਤੀ ਛੁੱਟੀ ਨਾਲ, ਅਤੇ ਉਹਨਾਂ ਦੇ ਨਾਲ ਕਈ ਹੋਰ ਵੀ ਜਨਮ ਮਰਨ ਦੇ ਦੁੱਖ ਤੋਂ ਮੁਕਤ ਹੋ ਜਾਂਦੇ ਹਨ। ਉਹਨਾਂ ਦੇ ਲਾਗੇ ਛਾਗੇ ਵਾਲੇ ਲੋਕ ਵੀ ਜਿਹੜੇ ਉਹਨਾਂ ਦੇ ਕੰਟੈਕਟ ਵਿੱਚ ਆਉਂਦੇ ਹਨ ਉਹ ਵੀ ਛੁੱਟ ਜਾਂਦੇ ਹਨ। ਸੋ ਬੇਟਾ ਜੀ ਕੋਸ਼ਿਸ਼ ਕਰਨੀ ਹੈ ਪ੍ਰਸੰਗ ਵਿਆਖਿਆ ਕਰਨ ਦੀ, 2-2 ਲਾਈਨਾਂ ਕਰਕੇ ਕਰਿਓ, ਸੌਖੀ ਹੋਵੇ। ਸੋ ਮੈਂ 2-2 ਲਾਈਨਾਂ ਦੇ ਕਰਿਓ, ਅਤੇ ਪ੍ਰਸੰਗ ਇਹਦਾ ਇਹੀ ਆਏਗਾ ਕਿ ਜਿਹੜੀ ਇਹ ਕਾਵਿ ਟੋਟਾ ਸਾਡੀ ਪੰਜਾਬੀ ਦੀ ਪਾਠ ਪੁਸਤਕ ਸਾਹਿਤਮਾਲਾ ਵਿੱਚ ਦਰਜ ਗੁਰੂ ਨਾਨਕ ਸਾਹਿਬ ਜੀ ਦੇ ਸ਼ਬਦ ਪਵਨ ਗੁਰੂ ਪਾਣੀ ਪਿਤਾ ਵਿੱਚੋਂ ਲਿਆ ਗਿਆ ਹੈ। ਸੋ ਇਹਦੀ ਵਿਆਖਿਆ ਬੇਟਾ ਜੀ 2-2 ਲਾਈਨਾਂ ਕਰਕੇ ਕਰਿਓ, ਪਹਿਲਾਂ 2 ਲਾਈਨਾਂ ਕਰਿਓ, ਠੀਕ ਹੈ। ਉਹਦੇ ਬਾਅਦ ਫਿਰ ਚੰਗਿਆਈਆਂ ਬੁਰਿਆਈਆਂ ਵਾਚੇ 2-2 ਲਾਈਨਾਂ ਕਰਕੇ ਇਹਦੀ ਵਿਆਖਿਆ ਕਰਿਓ। ਸੋ ਤੁਹਾਡੇ ਲਈ ਸੌਖੀ ਹੋਏਗੀ।
ਜੇ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਤੁਸੀਂ ਪੁੱਛ ਵੀ ਸਕਦੇ ਹੋ, ਮੈਂ ਹਾਜ਼ਰ ਹਾਂ। ਸੋ ਬੇਟਾ ਜੀ ਪੜ੍ਹੋ, ਵਿਆਖਿਆ ਕਰਕੇ ਫੋਟੋਆਂ ਪਾਇਓ ਤਾਂ ਕਿ ਆਪਾਂ ਸ਼ੇਅਰ ਕਰ ਸਕੀਏ ਅੱਗੇ। ਧੰਨਵਾਦ, ਥੈਂਕ ਯੂ।